हाँ जी नमस्कार जी, स्वागत है तुहाडा सारिਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ। ਤਾਂ ਐਕਸਾਈਜ਼ ਇੰਸਪੈਕਟਰ ਦੀ ਆਪਾਂ ਜਿਹੜੇ MCQ ਹੈ ਉਹਦੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਤੇ ਅੱਜ ਜਿਹੜਾ ਆਪਣਾ ਅੱਜ 4th ਵੀਡੀਓ ਆਪਣੀ। ਇਸ ਤੋਂ ਪਹਿਲਾਂ ਆਪਾਂ 3 ਵੀਡੀਓ ਆਲਰੇਡੀ ਬਣਾ ਚੁੱਕੇ ਹਾਂ ਅਲੱਗ-ਅਲੱਗ ਟੌਪਿਕ ਤੇ। ਇਸ ਤੋਂ ਜਿਹੜਾ ਪ੍ਰੀਵੀਅਸ ਟੌਪਿਕ ਸੀਗਾ ਉਹ ਆਪਣਾ ਨੀਤੀ ਆਯੋਗ ਦਾ ਸੀਗਾ 3rd ਪਾਰਟ ਤੇ ਉਹਦੇ MCQ ਕਰ ਲਏ ਸੀਗੇ ਆਪਾਂ ਨੇ। ਅੱਜ ਆਪਾਂ ਕਰਾਂਗੇ ਟੈਕਸੇਸ਼ਨ ਰੂਲਸ ਐਂਡ ਰੈਗੂਲੇਸ਼ਨ ਐਪਲੀਕੇਬਲ ਟੂ ਇੰਡਸਟਰੀ, ਯਾਨੀ ਕਿ ਜਿਹੜੇ ਟੈਕਸ ਲੱਗਦੇ ਨੇ, ਜੋ ਰੂਲਸ ਹੁੰਦੇ ਨੇ, ਰੈਗੂਲੇਸ਼ਨਸ ਹੁੰਦੇ ਨੇ किस चीज़ के ਐਪਲੀਕੇਬਲ ਜਿਹੜੇ ਲਾਗੂ ਹੁੰਦੇ ਨੇ ਇੰਡਸਟਰੀਜ਼ ਤੇ, ਚਾਹੇ ਉਹ ਵੱਡੀ ਇੰਡਸਟਰੀ ਹੈ, ਛੋਟੀ ਇੰਡਸਟਰੀ ਹੈ, MSME ਸੈਕਟਰ ਹੈ, ਠੀਕ ਹੈ। ਜਿਹੜੀਆਂ ਵੀ ਇੰਡਸਟਰੀਜ਼ ਨੇ ਉਹਨਾਂ ਦੇ ਉੱਤੇ ਜਿਹੜੇ ਰੂਲਸ ਲਾਗੂ ਹੁੰਦੇ ਨੇ ਉਹ ਆਪਾਂ ਅੱਜ ਦੀ ਵੀਡੀਓ ਵਿੱਚ ਕਵਰ ਕਰਨ ਵਾਲੇ ਹਾਂ। ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਜਿਹਦੇ ਨਾਲ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਮਿਲਦੀ ਰਹੇ। ਤਾਂ MCQ ਹੀ ਆਪਾਂ ਕਰਾਂਗੇ ਕਿਉਂਕਿ ਹੁਣ ਥਿਓਰਟੀਕਲ ਪੋਰਸ਼ਨ ਕਰਨ ਦਾ ਤਾਂ ਆਪਣੇ ਕੋਲ ਟਾਈਮ ਹੈ ਨਹੀਂ। ਤਾਂ ਆਪਾਂ ਇਹ ਚਾਹੁੰਦੇ ਹਾਂ ਕਿ ਜਿੰਨੇ ਤੋਂ ਜ਼ਿਆਦਾ ਆਪਾਂ MCQ ਕਵਰ ਕਰੀਏ ਹਰ ਇੱਕ ਟੌਪਿਕ ਦੇ ਵਿੱਚੋਂ, ਯਾਨੀ ਕਿ ਹਰ ਇੱਕ ਟੌਪਿਕ ਜੇਕਰ ਆਪਾਂ ਗੋ ਥਰੂ ਹੋ ਜਾਈਏ ਤਾਂ ਉਹਦੇ ਵਿੱਚੋਂ ਕੋਈ ਕੁਐਸਚਨ ਆ ਜਾਂਦਾ ਤਾਂ ਆਪਾਂ ਈਜ਼ੀਲੀ ਉੱਥੇ ਜਾ ਕੇ ਸਹੀ ਕਰਕੇ ਆਈਏ, ਠੀਕ ਹੈ। ਤਾਂ ਫਸਟ ਕੁਐਸਚਨ ਤੋਂ ਆਪਾਂ ਸ਼ੁਰੂ ਕਰਦੇ ਹਾਂ। ਫਸਟ ਕੁਐਸਚਨ ਕੀ ਹੈ ਆਪਣਾ? ਫਸਟ ਕੁਐਸਚਨ ਹੈ ਇਨਕਮ ਟੈਕਸ ਐਕਟ ਵਾਸ ਪਾਸਡ ਇਨ ਦਾ ਈਅਰ। ਜਿਹੜਾ ਇਨਕਮ ਟੈਕਸ ਐਕਟ ਹੈ ਉਹ ਕਿਹੜੇ ਈਅਰ ਦੇ ਵਿੱਚ ਪਾਸ ਹੋਇਆ ਸੀਗਾ? ਉਹ ਹੋਇਆ ਸੀਗਾ 1961 ਦੇ ਵਿੱਚ। ਇਨਕਮ ਟੈਕਸ ਐਕਟ ਹੈ ਜਿਹੜਾ 1961 ਦੇ ਵਿੱਚ ਪਾਸ ਹੋਇਆ ਸੀਗਾ। ਨੈਕਸਟ ਕੁਐਸਚਨ ਹੈ ਲਾਈਫ ਇੰਸ਼ੋਰੈਂਸ ਜਿਹੜੀ ਕੰਪਨੀ ਹੈ ਆਫ ਇੰਡੀਆ, ਇਹ ਕਿਸ ਤਰ੍ਹਾਂ ਦੀ ਕੰਪਨੀ ਹੈ? ਠੀਕ ਹੈ, ਤਾਂ ਇਹ ਕੀ ਹੈ? ਇੱਕ ਫਿਰਮ ਹੈ। ਲਾਈਫ ਇੰਸ਼ੋਰੈਂਸ ਜਿਹੜੀ ਕਾਰਪੋਰੇਸ਼ਨ ਹੈ ਇਹ ਕੀ ਹੈ? ਇੱਕ ਫਿਰਮ ਹੈ, ਠੀਕ ਹੈ। ਨਾ ਹੀ ਇਹ ਕੰਪਨੀ ਹੈ, ਨਾ ਹੀ AOP ਹੈ, ਨਾ ਹੀ ਇੰਡੀਵਿਜੂਅਲ ਹੈ, ਇੱਕ ਤਰ੍ਹਾਂ ਦੀ ਕੀ ਹੈ? ਇਹ ਫਿਰਮ ਹੈ, ਠੀਕ ਹੈ ਜੀ। ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਥਰਡ ਕੁਐਸਚਨ, ਡੈਸ਼ ਇਜ਼ ਐਨ ਆਰਟੀਫਿਸ਼ੀਅਲ ਪਰਸਨ ਰਜਿਸਟਰਡ ਅੰਡਰ ਇੰਡੀਅਨ ਕੰਪਨੀਜ਼ ਐਕਟ 1956। ਇਹਨਾਂ ਵਿੱਚੋਂ ਕੌਣ ਹੈ ਜੋ ਕਿ ਰਜਿਸਟਰਡ ਹੋ ਸਕਦਾ ਹੈ ਅੰਡਰ ਇੰਡੀਅਨ ਕੰਪਨੀ ਐਕਟ 1956 ਦੇ ਵਿੱਚ? ਤਾਂ ਇਹ ਕੋਈ ਵੀ ਕੰਪਨੀ ਹੈ। ਕੰਪਨੀ ਇਜ਼ ਐਨ ਆਰਟੀਫਿਸ਼ੀਅਲ ਪਰਸਨ, ਕੰਪਨੀ ਜੋ ਆਰਟੀਫਿਸ਼ੀਅਲ ਪਰਸਨ ਹੁੰਦੀ ਜੋ ਕਿ ਰਜਿਸਟਰਡ ਹੁੰਦੀ ਹੈ ਇੰਡੀਅਨ ਕੰਪਨੀ ਐਕਟ 1956 ਦੇ ਅਕੋਰਡਿੰਗ, ਠੀਕ ਹੈ। ਫੋਰਥ ਕੁਐਸਚਨ ਹੈ ਵਿਚ ਵਨ ਆਫ ਦੀ ਫਲੋਇੰਗ ਟੈਕਸ ਇਜ਼ ਨੋਟ ਲੀਵਡ ਬਾय ਦ ਸਟੇਟ ਗਵਰਨਮੈਂਟ। ਇਹਨਾਂ ਵਿੱਚੋਂ ਕਿਹੜਾ ਟੈਕਸ ਹੈ ਜਿਹੜਾ ਸਟੇਟ ਗਵਰਨਮੈਂਟ ਦੁਆਰਾ ਜਿਹੜਾ ਹੈਗਾ ਨਹੀਂ ਲਿਆ ਜਾਂਦਾ? ਤਾਂ ਉਹ ਇਹ ਕਿਹੜਾ? ਉਹ ਨਨ ਆਫ ਦੀ ਅਬਵ, ਕਿਉਂਕਿ ਸਾਰੇ ਲਏ ਜਾਂਦੇ ਨੇ। ਇੰਟਰਟੇਨਮੈਂਟ ਟੈਕਸ ਵੀ ਲਿਆ ਜਾਂਦਾ ਹੈ, ਵੈਟ ਵੀ, ਵੈਲਿਊ ਐਡਡ ਟੈਕਸ ਵੀ, ਤੇ ਪ੍ਰੋਫੈਸ਼ਨਲ ਟੈਕਸ ਵੀ, ਸਾਰੇ ਟੈਕਸ ਹੀ ਲਏ ਜਾਂਦੇ ਨੇ, ਲਗਾਏ ਜਾਂਦੇ ਨੇ ਕਿਹਦੇ ਦੁਆਰਾ? ਸਟੇਟ ਗਵਰਨਮੈਂਟ ਦੁਆਰਾ। ਫਿਫਥ ਕੁਐਸਚਨ ਹੈ ਦ ਫਸਟ ਇਨਕਮ ਟੈਕਸ ਐਕਟ ਵਾਸ ਇੰਟਰੋਡਿਊਸਡ ਇਨ। ਪਹਿਲਾ ਜਿਹੜਾ ਇਨਕਮ ਟੈਕਸ ਐਕਟ ਹੈ ਉਹ ਕਦੋਂ ਇੰਟਰੋਡਿਊਸ ਕੀਤਾ ਗਿਆ ਸੀਗਾ? ਉਹ ਕੀਤਾ ਗਿਆ ਸੀਗਾ 1860 ਦੇ ਵਿੱਚ। ਫਸਟ ਕੁਐਸਚਨ ਆਪਣਾ ਇਹ ਸੀਗਾ ਕਿ ਇਨਕਮ ਟੈਕਸ ਵਾਸ ਪਾਸਡ ਜਿਹੜਾ ਹੈਗਾ ਜਿਹੜਾ ਐਕਟ ਹੈ ਉਹ ਕਿਹੜੇ ਸਾਲ ਦੇ ਵਿੱਚ ਹੋਇਆ ਸੀਗਾ? ਉਹ ਸੀਗਾ 1961। ਪਰ ਇਸ ਕੁਐਸਚਨ ਦੇ ਵਿੱਚ ਇਹ ਪੁੱਛਿਆ ਗਿਆ ਕਿ ਇਨਕਮ ਟੈਕਸ ਐਕਟ ਜਿਹੜਾ ਇੰਟਰੋਡਿਊਸ ਕਦੋਂ ਕੀਤਾ ਗਿਆ? ਫਸਟ ਇਨਕਮ ਟੈਕਸ ਐਕਟ ਜਿਹੜਾ ਇੰਟਰੋਡਿਊਸ ਹੈ ਉਹ ਕਦੋਂ ਕੀਤਾ ਗਿਆ? ਉੱਪਰ ਪਾਸ ਕੀਤਾ ਸੀਗਾ ਤੇ ਉਰੇ ਕੀ ਕੀਤਾ ਇਹਨਾਂ ਨੇ? ਇੰਟਰੋਡਿਊਸ ਕੀਤਾ ਸੀਗਾ ਵੀ ਚਲੋ ਇਨਕਮ ਟੈਕਸ ਲਗਾਇਆ ਜਾਵੇ, ਤੇ ਫਸਟ ਕੁਐਸਚਨ ਦੇ ਵਿੱਚ ਲਗਾ ਦਿੱਤਾ ਗਿਆ ਸੀਗਾ, ਠੀਕ ਹੈ, ਪਾਸ ਕਰ ਦਿੱਤਾ ਗਿਆ ਸੀਗਾ। ਤਾਂ ਇਹਦਾ ਆਨਸਰ ਜਿਹੜਾ ਹੈਗਾ 1860, ਫਿਫਥ ਦਾ C ਆਪਸ਼ਨ। ਸਿਕਸਥ ਕੁਐਸਚਨ ਹੈ ਦ ਐਪੈਕਸ ਬੋਡੀ। ਐਪੈਕਸ ਬੋਡੀ ਕੀ ਹੁੰਦੀ ਹੈ? ਹਾਇਰ ਅਥਾਰਟੀ ਆਫ ਇਨਕਮ ਟੈਕਸ ਡਿਪਾਰਟਮੈਂਟ ਇਜ਼। ਕਿਹੜੀ ਹੈ ਹਾਈਐਸਟ ਅਥਾਰਟੀ? ਕਿਹੜੀ ਹੈ? ਤਾਂ ਉਹ ਹੈ CBDT। ਇਹ ਕੀ ਹੈ? CBDT ਜਿਹੜੀ ਹੈਗੀ ਹੈ ਐਪੈਕਸ ਬੋਡੀ ਹੈ ਕਿਸ ਚੀਜ਼ ਦੀ? ਇਨਕਮ ਟੈਕਸ ਡਿਪਾਰਟਮੈਂਟ ਦੀ। ਤੇ CBDT ਦੀ ਕੀ ਫੁੱਲ ਫਾਰਮ ਹੈ? CBDT ਸੈਂਟਰਲ ਬੋਰਡ ਆਫ ਟੈਕਸ, ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ, ਠੀਕ ਹੈ। ਇਹ ਸਭ ਤੋਂ ਹਾਈਐਸਟ ਅਥਾਰਟੀ ਹੈ। ਨੈਕਸਟ ਕੁਐਸਚਨ ਹੈ ਇਨਕਮ ਰਿਸੀਵਡ or deemed to be received in India whether acquired or in outside India is taxable in case of। ਜੇ ਕੋਈ ਵੀ ਜਿਹੜੀ ਇਨਕਮ ਹੈ ਚਾਹੇ ਉਹ ਰਿਸੀਵ ਕਰ ਰਹੇ ਹਾਂ ਆਪਾਂ, ਠੀਕ ਹੈ, ਜਾਂ ਡੀਮਡ ਕਰ ਰਹੇ ਹਾਂ, ਰਿਸੀਵ ਕਰ ਰਹੇ ਹਾਂ ਇੰਡੀਆ ਦੇ ਵਿੱਚ, ਵੈਦਰ ਜਾਂ ਫਿਰ ਇਨ ਔਰ ਆਊਟਸਾਈਡ ਇੰਡੀਆ ਇਜ਼ ਟੈਕਸੇਬਲ ਇਨ ਕੇਸ ਆਫ। ਉਹ ਟੈਕਸੇਬਲ ਹੋਊਗੀ ਕਿਹੜੇ ਕੇਸ ਦੇ ਵਿੱਚ? ਚਾਹੇ ਤਾਂ ਉਹ ਰੈਜ਼ੀਡੈਂਟ ਹੈ, ਚਾਹੇ ਨਹੀਂ ਹੈ, ਜਾਂ ਫਿਰ ਨਾਟ ਆਰਡੀਨਰੀ ਰੈਜ਼ੀਡੈਂਟ ਹੈ, ਤਾਂ ਸਾਰੇ ਕੇਸ ਦੇ ਵਿੱਚ ਜਿਹੜੀ ਹੈਗੀ ਆ ਉਹ ਟੈਕਸੇਬਲ ਹੋਊਗੀ, ਠੀਕ ਹੈ ਜੀ। 8th ਕੁਐਸਚਨ ਹੈ ਦ ਇਨਕਮ ਟੈਕਸ ਐਕਟ ਵਿਚ ਇਜ਼ ਸਟਿਲ ਇਨ ਫੋਰਸ ਇਨ ਇੰਡੀਆ ਇਜ਼ ਇਨਫੋਰਸਡ ਇਨ। ਕਿਹੜਾ ਇਨਕਮ ਟੈਕਸ ਹੈ ਜਿਹੜਾ ਹੁਣ ਵੀ ਇੰਡੀਆ ਦੇ ਵਿੱਚ ਲਾਗੂ ਹੈ? ਉਹ ਕਦੋਂ ਇਨਫੋਰਸ ਹੋਇਆ ਸੀਗਾ? ਉਹ ਹੋਇਆ ਸੀਗਾ 1961 ਦੇ ਵਿੱਚ, ਠੀਕ ਹੈ, 1961 ਦੇ ਵਿੱਚ। ਇੱਕ 9th ਕੁਐਸਚਨ ਹੈ ਸਟੇਟਮੈਂਟ ਬੇਸਡ ਹੈ। ਸਟੇਟਮੈਂਟ ਕੀ ਕਹਿੰਦੀ ਹੈ? ਮਿਸਟਰ ਐਕਸ ਹੈਜ਼ ਸਟਾਰਟਡ ਹਿਸ ਬਿਜ਼ਨਸ। ਮਿਸਟਰ ਐਕਸ ਹੈ ਕੋਈ ਵੀ, ਉਹਨੇ ਬਿਜ਼ਨਸ ਸਟਾਰਟ ਕੀਤਾ ਹੈ 1 ਸਤੰਬਰ 2016 ਨੂੰ, 1 ਸਤੰਬਰ 2016। ਐਂਡ ਡਜ਼ ਨੋਟ ਹੈਵ ਐਨੀ ਅਦਰ ਸੋਰਸ ਆਫ ਇਨਕਮ। ਉਹਦੇ ਕੋਲ ਕੋਈ ਵੀ ਹੋਰ ਇਨਕਮ ਦਾ ਸੋਰਸ ਨਹੀਂ ਹੈ, ਯਾਨੀ ਕਿ ਹੋਰ ਕਿਤੋਂ ਵੀ ਪੈਸੇ ਨਹੀਂ ਕਮਾ ਰਿਹਾ ਉਹ। ਇਸ ਫਸਟ ਪ੍ਰੀਵੀਅਸ ਈਅਰ ਵਿਲ ਸਟਾਰਟ ਫਰੋਮ। ਉਹਦਾ ਜਿਹੜਾ ਫਸਟ ਪ੍ਰੀਵੀਅਸ ਈਅਰ ਹੈ ਉਹ ਕਦੋਂ ਤੋਂ ਸਟਾਰਟ ਜਿਹੜਾ ਹੈਗਾ ਉਹ ਮੰਨਿਆ ਜਾਊਗਾ? ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਕੀ ਹੈ? 1 ਸਤੰਬਰ 2016 ਤੋਂ ਹੀ ਜਿਹੜਾ ਹੈਗਾ ਉਹ ਮੰਨਿਆ ਜਾਊਗਾ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ ਅਕੋਰਡਿੰਗ ਟੂ ਸੈਕਸ਼ਨ 27 ਆਫ ਇਨਕਮ ਟੈਕਸ ਐਕਟ ਅਸੈਸੀ ਮੀਨਸ ਅ ਪਰਸਨ। ਯਾਨੀ ਕਿ ਸੈਕਸ਼ਨ 27 ਦੇ ਵਿੱਚ ਲਿਖਿਆ ਹੋਇਆ ਅਸੈਸੀ ਦਾ ਮੀਨਸ ਦੱਸਣਾ ਕਿ ਅਸੈਸੀ ਦਾ ਮਤਲਬ ਕੀ ਹੁੰਦਾ ਹੈ। ਅਸੈਸੀ ਕੀ ਹੁੰਦਾ ਹੈ? ਬਾਏ whom any tax or other sum of money is payable। ਕੋਈ ਵੀ ਬੰਦਾ ਜਿਹਦੇ ਦੁਆਰਾ ਟੈਕਸ ਜਾਂ ਫਿਰ ਕੋਈ ਵੀ ਮਨੀ ਜਿਹੜਾ ਹੈਗਾ ਉਹ ਪੇ ਕਰ ਰਿਹਾ। ਬਾਏ whom any proceeding under the act has been taken।
ਜਿਹਦੇ ਦੁਆਰਾ ਕੋਈ ਵੀ ਬੰਦਾ, ਠੀਕ ਹੈ, कोई भी प्रोसीडिंग्स ने ਜਿਹੜੀਆਂ एक्ट ਦੇ अकॉर्डिंग आ रही ने वो ਲਈ जा रही ने। हू इज़ डीम्ड टू बी इन असैसी इन डिफाल्टर अंडर एनी प्रोविजन ऑफ हिस एक्ट, जेकर ਉਹਨੂੰ डिफाल्टर घोषित किया गया कोई भी एक्ट के प्रोविजन के अकॉर्डिंग, ये सारिया स्टेटमेंटा ਜਿਹੜੀਆਂ असैसी का मेन मतलब ये सारा कुछ होंगे, ठीक है, यानी कि ऑल ऑफ दी अबव ਜਿਹੜਾ है वो ऑप्शन आऊगा, ठीक है। नैक्सट क्वेश्चन है 11th क्वेश्चन है द हाउस रेंट अलाउंस HRA कहते हैं हाउस रेंट अलाउंस अंडर द सैलरी हैड ऑफ इनकम टैक्स एक्ट इज़ गिवन बाय, ये किहड़े आर्टिकल दे विच मतलब जिहड़ा किहड़े सैक्शन दे विच ये कहा गया है, जिहड़ा HRA हाउसिंग HRA अपने पढ़िया सीगा, हुण की है हाउस रेंट अलाउंस जिहड़ा है किहड़े उहदे विच दस्सिया गया है सैक्शन दे विच, तां इहदा जिहड़ा करैक्ट आंसर है वो है सैक्शन 10(13)A, यानी कि ऑप्शन बी सैक्शन 10 अगे पैरा 13A दे विच ये दित्ता होया है। उस तो बाद चिल्ड्रन एजुकेशन अलाउंस इज एग्जैम्प्टेड फॉर डैश चिल्ड्रन, जिहड़ा चिल्ड्रन एजुकेशन अलाउंस है उहदे विच जिहड़ी छूट है वो किहनूं दे रखी है, टू जिहदे 2 चिल्ड्रन है उहनूं जिहड़ी हैगी है चिल्ड्रन एजुकेशन अलाउंस जिहड़ा हैगा उस तों छूट दे रखी है, ठीक है। 13वां क्वेश्चन है पेंशन इज डैश अंडर दी सैलरी हैड, पेंशन जिहड़ी हैगी है वो फुली टैक्सेबल है अंडर दी सैलरी हैड दे अकॉर्डिंग, जिहड़ी पेंशन है वो फुली टैक्सेबल होगी, ठीक है। जो 14th क्वेश्चन है द सैलरी रिम्यूनराइजेशन और कंपनसेशन रिसीव्ड बाय पार्टनर्स इन टैक्सेबल अंडर दी हैड ऑफ, ये किहड़े हैड दे विच आंदे ने, ये आंदे ने इनकम फ्रॉम बिजनेस, कोई भी जिहड़ी हैगी तुहानूं इनकम हो रही है बिजनेस दे विच, ठीक है, ये सारे उस दे विच आ जांदे ने। नैक्सट क्वेश्चन है द डेथ कम रिटायरमेंट ग्रेचुइटी रिसीव्ड बाय द गवर्नमेंट इंप्लॉय और लोकल अथॉरिटी, हुण ग्रेचुइटी की हुंदी है, ग्रेचुइटी की हुंदी है भी कोई भी कंपनी है जेकर उहदे विच 20 तो ज़्यादा वर्कर काम करते हैं तो तुहानूं जिहड़ी कंपनी है वो ग्रेचुइटी दिंदी है तुहाडी रिटायरमेंट तो बाद, इहदा जिहड़ा पैसा है वो जमा हुंदा रहिंदा है, ते वो मतलब एक तरह का ग्रेचुइटी एक तरह का पैसा हुंदा है। कोई भी कंपनी जिहदे विच भी तुसीं काम करदे हो चाहे प्राइवेट है चाहे सरकारी है, जेकर 20 दिन उहदे विच 20 तो ज़्यादा वर्कर काम कर रहे हैं तुहानूं ग्रेचुइटी मिलती है। वो इहदा एक फार्मूला हुंदा ग्रेचुइटी फाइंड आउट करन दा, आपां प्रीवियस वीडियो विच तुहानूं दस चुके हैं, एक बार उहनूं देख लो कि फार्मूला हुंदा, जिन्ने साल तुसीं काम कीता उहदे हिसाब नाल तुहानूं ग्रेचुइटी जिहड़ी हैगी है वो मिलदी, ठीक है। तो इसका आंसर देख लेने आप 15वें का की आंसर है, 15वें का है फुली एग्जैम्प्टेड, जिहड़ी ग्रेचुइटी है वो फुली एग्जैम्प्टेड होंदी है, ठीक है जी। जिहड़ी तुहानूं ग्रेचुइटी या फिर डेथ कम रिटायरमेंट मिलती है गवर्नमेंट इंप्लॉय लोकल अथॉरिटी इज़ फुली एग्जैम्प्टेड, यानी कि वो टैक्स तो पूरी तरह मतलब उहदे विच कोई टैक्स नहीं लगता। नैक्सट क्वेश्चन है 16th क्वेश्चन है अंडर सैक्शन 15 ऑफ इनकम टैक्स, सैक्शन जिहड़ा 15 इनकम टैक्स दा द सैलरी ड्यू इन प्रीवियस ईयर एंड ईवन इफ इट इज़ नॉट इन रिसीव्ड इज़, ठीक है, तो वो की होगी टैक्सेबल होगी या फिर नहीं टैक्सेबल होगी, तो इसका की है वो नॉट टैक्सेबल होगी, ठीक है। जिहड़ी भी सैलरी तो जेकर अंडर सैक्शन 15 जो भी कहते हैं इनकम टैक्स एक्ट का, ठीक है, सैलरी ड्यू इन प्रीवियस ईयर एंड ईवन इफ इट इज़ नॉट रिसीव्ड इज़ नॉन टैक्सेबल, ठीक है। नैक्सट क्वेश्चन आप 17th क्वेश्चन है प्रोविडेंट फंड PFA, ये तो सारिਆਂ ਨੂੰ पता होना बस एक्ट जिहड़ा है पास है, ये कदों होया सीगा, ये होया सीगा 1932 ਦੇ ਵਿੱਚ प्रोविडेंट फंड एक्ट जिहड़ा पास है। उस तो बाद है रेंट फ्री अकोमोडेशन, अकोमोडेशन को जिथे तुसीं रहने हो रिहाइश, ठीक है, रेंट फ्री अकोमोडेशन गिवन टू एन इंप्लॉय बाय द इंप्लॉयर इज़, ठीक है, जिहड़ा रेंट फ्री जिहड़ी हैगी अकोमोडेशन कोई भी जिथे कंपनी तुसीं काम करदे हो वो तुहानूं रहण नूं जिहड़े घर दिंदे ने, ठीक है, वो रेंट फ्री हुंदे ने, यानी कि इहदे विच दस्सिया होया कि वो कदों होणगे जदों इंप्लॉयर की होऊगा। 18वें दा ऑप्शन की है वो परक्वेस्ट साइट जिहड़ा हैगा वो होऊगा उदों जिहड़ा रेंट फ्री अकोमोडेशन तुहानूं दित्ती जाऊगी। द पेमेंट ऑफ ग्रेचुइटी एक्ट केम इन, आ गया देखो ग्रेचुइटी वाला क्वेश्चन, ठीक है। द पेमेंट ऑफ ग्रेचुइटी एक्ट केम इनटू फोर्स, ये कदों होया ग्रेचुइटी एक्ट यानी कि कदों तो लागू किया गया, तो इसका करैक्ट ऑप्शन है 1972 तो बाद जिहड़ा ग्रेचुइटी वो मिलने लगी। द एंटरटेनमेंट अलाउंस इज़ एप्लीकेबल टू, एंटरटेनमेंट अलाउंस है जिहड़ा वो एप्लीकेबल किहदे उत्ते है गवर्नमेंट इंप्लॉयज़ ने जिहड़े सिर्फ उन्हां ते ही एंटरटेनमेंट अलाउंस है जिहड़ा वो एंटरटेनमेंट अलाउंस यानी कि उन्होंने मिलता है, ना ही प्राइवेट में मिलता ना ही पब्लिक सैक्टर में मिलता, सिर्फ जो गवर्नमेंट अलाउंस होंगे गवर्नमेंट इंप्लॉयज़ ने उन्होंने मिलता है एंटरटेनमेंट अलाउंस। नैक्सट क्वेश्चन है 21 है डैश इज़ रेंट फिक्सड अंडर रेंटल कंट्रोल एक्ट, किहड़ा रेंट है जिहड़ा फिक्स मतलब रेंट तुसीं दसना है जिहड़ा फिक्स है अंडर रेंट कंट्रोल एक्ट दे विच, तां ओह की है 21वें दा जिहड़ा अपना करैक्ट आंसर है स्टैंडर्ड रेंट है जिहड़ा ओह रेंट फिक्स हुंदा है कि इन्नी ही जिहड़ी वैल्यू है ओह तुहाने जमा करनी हुंदी है, इन्नी ही पैसे जिहड़े हैगे ने भरने हुंदे ने, ठीक है जी। नैक्सट क्वेश्चन है एक्सपैक्टेड रेंट कैन बी डिटरमाइंड इन दी फॉलोइंग वे, किहड़े वेज दे विच कुछ वे दे रखे हुंदे ने, किहड़े वे दे विच आपां एक्सपैक्टेड जिहड़ा अपना रेंट है ओह आपां फाइंड आउट कर सकदे हां कि इन्ना क जिहड़ा अपना रेंट है ओह होऊगा, तो की है
ਹਾਇਰ ਆਫ ਦੀ ਮੁਨਸਿਪਲ ਵੈਲਿਊ ਐਂਡ ਫੇਅਰ ਰੈਂਟ ਸਬਜੈਕਟਡ ਟੂ ਮੈਕਸਿਮਮ ਦੀ ਸਟੈਂਡਰਡ ਰੈਂਟ। ਜਿੰਨੀ ਜ਼ਿਆਦਾ ਮੁਨਸਿਪਲ ਵੈਲਿਊ ਹੋਊਗੀ ਯਾਨੀ ਕਿ ਜਿੱਥੇ ਤੁਸੀਂ ਰਹਿ ਰਹੇ ਹੋ ਉਹਦੀ ਜਿਹੜੀ ਹੈਗੀ ਜਿੰਨੀ ਜ਼ਿਆਦਾ ਵੈਲਿਊ ਹੋਊਗੀ ਤੇ ਫੇਅਰ ਰੈਂਟ ਸਬਜੈਕਟ ਟੂ ਮੈਕਸਿਮਮ ਆਫ ਸਟੈਂਡਰਡ ਰੈਂਟ। ਤੇ ਉੱਥੇ ਜਿਹੜਾ ਰਿਹਾਇਸ਼ ਹੈ, ਜਿਵੇਂ ਹੁਣ ਦੇਖੋ ਜੇਕਰ ਤੁਸੀਂ ਇੱਕ ਪਟਿਆਲੇ 'ਚ ਰਹਿ ਰਹੇ ਹੋ, ਇੱਕ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਹੋ, ਤਾਂ ਹੁਣ ਪਤਾ ਹੀ ਹੈ ਓਬਵੀਅਸਲੀ ਚੰਡੀਗੜ੍ਹ ਦੇ ਵਿੱਚ ਜਿਹੜਾ ਰੈਂਟ ਹੈ ਉੱਥੇ ਉਹ ਜ਼ਿਆਦਾ ਹੋਊਗਾ, ਉੱਥੇ ਸਟੈਂਡਰਡ ਆਫ ਲਿਵਿੰਗ ਉਹ ਜ਼ਿਆਦਾ ਹੈ, ਹਾਈ ਹੈ, ਇਸ ਕਰਕੇ। 23ਵਾਂ क्वेश्चन कि अंडर दी हेड इनकम फ्रॉम हाउस प्रॉपर्टी दी बेसिक ऑफ चार्जेस इज डैश टू ऑफ दी प्रॉपर्टी। ठीक है, यानी कि ਜਿਹੜਾ ਹੈਡ ਇਨਕਮ ਹੁੰਦਾ ਹੈ ਅੰਡਰ ਦੀ ਹੈਡ ਇਨਕਮ ਫਰੋਮ ਹਾਊਸ ਪ੍ਰੋਪਰਟੀ, ਜਿਹੜਾ ਤੁਹਾਡੀ ਘਰ ਦੀ ਪ੍ਰੋਪਰਟੀ ਹੈ, ਦੀ ਬੇਸਿਕ ਆਫ ਚਾਰजेस, ਜਿਹੜੀ ਚਾਰजेस ਨੇ ਉਹ ਕਿਹੜੀ ਵੈਲਿਊ ਤੇ ਲੱਗਦੇ ਨੇ, ਫੁੱਲ ਵੈਲਿਊ ਤੇ ਲੱਗਦੇ ਨੇ, ਕੁਆਟਰਲੀ ਜਾਂ ਹਾਫ ਈਅਰਲੀ ਵੈਲਿਊ ਤੇ ਲੱਗਦੇ ਨੇ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਲੱਗਦੇ ਨੇ ਐਨੂਅਲ, ਜਿਹੜੇ ਐਨੂਅਲ ਵੈਲਿਊ ਤੇ ਜਿਹੜਾ ਹੈਗਾ ਚਾਰजेस ਉਹ ਲਾਇਆ ਜਾਂਦਾ ਹੈ। नेक्स्ट क्वेश्चन है स्टेटमेंट बेस है। मिस्टर राम ओन से हाउस प्रॉपर्टी, मिस्टर राम ने एक घर खरीदिया हाउस प्रॉपर्टी के लिए ही रेंट उन्हें की दिता मतलब उन्हें रेंट ते दिता लक्ष्मण ਨੂੰ 10,000 पर मंथ ਉਹਨੂੰ ਪੈਸੇ ਦੇ ਰਿਹਾ। लक्ष्मण सब्जेक्टेड टू मिस्टर मारुति, लक्ष्मण ने की करता अगे मिस्टर मारुति ਨੂੰ देता ਜਿਹੜਾ ਘਰ ਕਿਰਾਏ ਤੇ 20,000 ਪਰ ਮੰਥ ਜਿਹੜਾ ਹੈਗਾ ਲਕਸ਼ਮਣ ਲੈ ਰਿਹਾ, ਲਕਸ਼ਮਣ ਅੱਗੇ ਉਹਨੂੰ 10,000 ਦੇ ਰਿਹਾ। ਰੈਂਟਲ ਇਨਕਮ ਆਫ ਰਾਮ ਇਜ਼ ਟੈਕਸੇਬਲ ਅੰਡਰ ਦੀ ਹੈਡ ਆਫ, ਜਿਹੜੀ ਰੈਂਟਲ ਇਨਕਮ ਹੈ ਰਾਮ ਦੀ, ਰਾਮ ਕੌਣ ਸੀਗਾ, ਫਸਟ ਓਨਰ ਸੀਗਾ ਕਿਉਂਕਿ ਇਹਨੇ ਘਰ ਖਰੀਦਿਆ ਸੀ। ਠੀਕ ਹੈ, ਜਿਹੜੀ ਰੈਂਟਲ ਇਨਕਮ ਹੈ ਰਾਮ ਇਜ਼ ਟੈਕਸੇਬਲ ਕਿਹੜੇ ਹੈਡ ਦੇ ਵਿੱਚ ਅੰਦਰ ਜਿਹੜੇ ਹੈਗੇ ਨੇ ਉਹ ਟੈਕਸੇਬਲ ਹੋਊਗੀ। ਇਨਕਮ ਫਰੋਮ ਹਾਊਸ ਪ੍ਰੋਪਰਟੀ, ਜਿਹੜੀ ਇਨਕਮ ਆ ਰਹੀ ਹੈ ਉਹਦੀ ਹਾਊਸ ਪ੍ਰੋਪਰਟੀ ਤੋਂ ਉਹ ਟੈਕਸ ਉਹਨਾਂ ਜਿਹੜਾ ਹੈਗਾ ਉਹਨੂੰ ਟੈਕਸ ਹੈ ਜਿਹੜਾ ਉਹ पे करना पड़ेगा। ठीक है, नेक्स्ट क्वेश्चन है एक और स्टेटमेंट बेस है। मिस्टर राम ने प्रॉपर्टी ले ली ही उन्हें लक्ष्मण ਨੂੰ देती, ਇਹ आई थिंक क्वेश्चन सेम है। रेंटल लक्ष्मण नहीं, ਇਹਦੇ ਵਿੱਚ ਪੁੱਛਿਆ ਸੀਗਾ ਕਿ ਰਾਮ ਜਿਹੜਾ ਹੈਗਾ ਕਿੰਨਾ ਟੈਕਸ ਪੇ ਕਰੂਗਾ, ਤੇ ਇਹਦੇ ਵਿੱਚ ਪੁੱਛਿਆ ਗਿਆ ਕੌਣ, ਲਕਸ਼ਮਣ। ਦੇਖੋ ਮਿਸਟਰ ਰਾਮ ਨੇ ਇੱਕ ਹਾਊਸ ਪ੍ਰॉपर्टी ਲਈ ਹੀ ਲੈਂਡ ਇਟ ਟੂ ਲਕਸ਼ਮਣ, ਉਹ ਲਕਸ਼ਮਣ ਨੂੰ 10,000 ਚ ਕਿਰਾਏ ਤੇ ਦੇਤੀ, ਲਕਸ਼ਮਣ ਨੇ ਮਾਰੂਤੀ ਨੂੰ 20,000 ਤੇ ਕਿਰਾਏ ਤੇ ਦੇਤੀ। ਰੈਂਟਲ ਇਨਕਮ ਆਫ ਲਕਸ਼ਮਣ इज टैक्सेबल अंडर दी हैड ऑफ, जी लक्ष्मण की रेंटल इनकम है वो पूछा गया। ਇਹਦਾ ਜਿਹੜਾ ਕਰੈਕਟ ਆਨਸਰ ਆਊਗਾ ਇਨਕਮ ਫਰੋਮ ਅਦਰ ਸੋਰਸਿਸ, ਜਿਹੜੀ ਕਿ ਅਦਰ ਸੋਰਸਿਸ ਤੋਂ ਜਿਹੜੀ ਇਨਕਮ ਆ ਰਹੀ ਹੈ ਉਹਦੇ ਅਕੋਰਡਿੰਗ ਜਿਹੜਾ ਹੈਗਾ ਉਹਨੂੰ ਟੈਕਸ ਪੇ ਕਰਨਾ ਪਊਗਾ ਕਿਉਂਕਿ ਉਹ ਓਨਰ ਨਹੀਂ ਹੈ ਹਾਊਸ ਦਾ, ਇਸ ਕਰਕੇ। ਨੈਕਸਟ ਕੁਐਸਚਨ ਹੈ ਦ ਵੈਲਿਊ ਆਫ ਕੰਸੈਸ਼ਨਲ ਲੋਨਸ ਟੂ EMPLOYE ਇਜ਼ ਡਿਟਰਮਾਈਨਡ ਔਨ ਦੀ ਬੇਸਿਸ ਆਫ ਲੈਂਡਿੰਗ ਰੇਟਸ ਆਫ ਦੀ ਫॉर ਦੀ ਸੇਮ ਪ੍ਰੋਸੈਸ। ਠੀਕ ਹੈ, ਜਿਹੜੀ ਵੈਲਿਊ ਹੋਊਗੀ ਕੰਸੈਸ਼ਨ ਲੋਨਸ ਦੀ ਜਿਹੜੀ ਕਿ EMPLOYE ਨੂੰ ਦਿੱਤੀ ਜਾਂਦੀ ਹੈ ਉਹ ਆਪਾਂ ਕਿਵੇਂ ਡਿਟਰਮਾਈਨ ਕਰਦੇ ਹਾਂ, ਕਿਹੜੇ ਯਾਨੀ ਕਿ ਬੇਸਿਸ ਨੇ ਜਿਹਦੇ ਉੱਤੇ ਦੁਆਰਾ ਆਪਾਂ ਉਹ ਡਿਟਰਮਾਈਨ ਕਰ ਸਕਦੇ ਹਾਂ। ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਹੈ SBI। ਠੀਕ ਹੈ ਜੀ, ਰੇਟਸ ਆਫ ਜਿਹੜੇ SBI ਦੇ ਰੇਟ ਚੱਲ ਰਹੇ ਹੋਣਗੇ ਉਹਦੇ ਅਕੋਰਡਿੰਗ। ਠੀਕ ਹੈ, ਨਾ ਹੀ RBI ਦੇ ਨਾ ਹੀ ਸੈਂਟਰਲ ਗਵਰਨਮੈਂਟ ਦੇ, ਤੇ RBI ਦੇ SBI ਦੇ ਜਿਹੜੇ ਰੇਟਸ ਹੋਣਗੇ ਉਹਦੇ ਅਕੋਰਡਿੰਗ। ਨੈਕਸਟ ਕੁਐਸਚਨ ਹੈ 27ਵਾਂ ਡਿਡਕਸ਼ਨ ਫਰੋਮ ਐਨੂਅਲ ਵੈਲਿਊ ਇਜ਼ ਅਲਾਉਡ ਅੰਡਰ, ਡਿਡਕਸ਼ਨ ਯਾਨੀ ਕਿ ਜਿਹੜੇ ਹੈਗੇ ਐਨੂਅਲ ਵੈਲਿਊ ਜਿਹੜੀ ਵੀ ਹੁੰਦੀ ਹੈ, ਠੀਕ ਹੈ, ਉਹਦੇ ਵਿੱਚ ਜਿੰਨੀ ਵੀ ਡਿਡਕਸ਼ਨ ਹੁੰਦਾ ਜਿੰਨੀਆਂ ਵੀ ਡਿਡਕਸ਼ਨ ਹੁੰਦੀਆਂ ਨੇ ਟਾਈਪਸ ਦੀਆਂ, ਤਾਂ ਉਹ ਕਿਹੜੇ ਸੈਕਸ਼ਨ ਦੇ ਵਿੱਚ ਆਉਂਦੀਆਂ ਨੇ, ਉਹ ਆਉਂਦੀਆਂ ਨੇ ਸੈਕਸ਼ਨ 24। ਇੱਕ ਵਾਰ ਸਾਰੇ ਸੈਕਸ਼ਨ ਮੋਟੇ ਤੁਸੀਂ ਦੇਖ ਜਾਇਓ ਕਿਹੜੇ ਸੈਕਸ਼ਨ ਦੇ ਵਿੱਚ ਕੀ ਕੁਝ ਪੁੱਛਿਆ ਗਿਆ। ਨੈਕਸਟ ਕੁਐਸਚਨ ਹੈ 28ਵਾਂ ਡੈਸ਼ ਦਾ ਸਟੈਂਡਰਡ ਡਿਡਕਸ਼ਨ ਇਜ਼ ਅਲਾਉਡ ਔਨ ਐਨੂਅਲ ਵੈਲਿਊ, ਯਾਨੀ ਕਿ ਕਿੰਨੇ % ਜਿਹੜਾ ਹੈਗਾ ਸਟੈਂਡਰਡ ਜਿਹੜਾ ਮਤਲਬ ਮਿਨੀਮਮ ਜਿਹੜਾ ਹੈਗਾ ਸਟੈਂਡਰਡ ਡਿਡਕਸ਼ਨ ਉਹ ਕੀਤਾ ਜਾ ਸਕਦਾ। ਤਾਂ ਜਿਹੜਾ ਕਰੈਕਟ ਆਨਸਰ ਹੈ ਉਹ ਕੀ ਹੈ 30% ਆਫ ਦੀ ਸਟੈਂਡਰਡ ਡਿਡਕਸ਼ਨ ਇਜ਼ ਅਲਾਉਡ ਔਨ ਦੀ ਐਨੂਅਲ ਵੈਲਿਊ। नेक्स्ट क्वेश्चन है फॉर कंप्यूटेशन ऑफ ग्रॉस एनुअल वैल्यू इफ एक्ट इज मोर देन एक्सपेक्टेड रेंट। ठीक है ना, इफ एक्टेड रेंट जेड़ा एक्टेड रेंट है, ठीक है, एक्चुअल रेंट है जेड़ा एक्चुअल है, एक्चुअल रेंट है इज मोर देन एक्सपेक्टेड देन वी सिलेक्ट दी। ठीक है, यानी कि ग्रॉस एनुअल वैल्यू आपने कंप्यूट करनी है, यानी कि फाइंड आउट करनी है, पर जेड़ा एक्चुअल रेंट है वो ज़्यादा एक्सपेक्टेड रेंट तो जिन्ना आपने सोचा सीगा उस तो ज़्यादा अपना एक्चुअल रेंट है। ठीक है, ਤਾਂ ਜਿਹੜੀ ਉਹ ਤਾਂ ਆਪਾਂ ਕੀ ਸਿਲੈਕਟ ਕਰਾਂਗੇ ਦੋਨਾਂ ਦੇ ਵਿੱਚੋਂ, ਤਾਂ ਆਪਾਂ ਕੀ ਕਰਾਂਗੇ ਐਕਚੁਅਲ ਰੈਂਟ ਜਿਹੜਾ ਹੈਗਾ ਉਹ ਸਿਲੈਕਟ ਕਰਾਂਗੇ, ਉਹਦੇ ਉੱਤੇ ਹੀ ਗ੍ਰੋਸ ਐਨੂਅਲ ਵੈਲਿਊ ਜਿਹੜੀ ਹੈ ਉਹ ਫਾਈਂਡ ਆਊਟ ਕਰਨੀ ਪਵੇਗੀ। 31 ਕੁਐਸਚਨ ਹੈ ਅੰਡਰ ਦੀ ਇਨਕਮ ਟੈਕਸ ਐਕਟ 1961 ਡੈਪਰੀਸੀਏਸ਼ਨ ਔਨ ਮਸ਼ੀਨਰੀ ਇਜ਼ ਚਾਰਜਡ ਔਨ। ਠੀਕ ਹੈ, ਜਿਹੜੀ ਕੋਈ ਵੀ ਨੁਕਸਾਨ ਹੁੰਦਾ ਹੈ ਡੈਪਰੀਸੀਏਸ਼ਨ ਮਸ਼ੀਨਰੀ ਦੇ ਵਿੱਚ, ਠੀਕ ਹੈ, ਅੰਡਰ ਦੀ ਇਨਕਮ ਟੈਕਸ ਐਕਟ 1961 ਉਹ ਕਿਹਦੇ ਵਿੱਚ ਆਉਂਦਾ 30 ਦਾ, ਤਾਂ ਉਹ ਆਉਂਦਾ ਰਿਟਨ ਡਾਊਨ ਵੈਲਿਊ ਆਫ ਦੀ ਮਸ਼ੀਨਰੀ, ਜਿਹੜੀ ਮਸ਼ੀਨਰੀ ਦੀ ਉਸ ਟਾਈਮ ਤੇ ਜਿਹੜੀ ਵੈਲਿਊ ਹੋਊਗੀ ਮਸ਼ੀਨਰੀ ਦੀ ਉਸ ਟਾਈਮ ਤੇ, ਠੀਕ ਹੈ, ਉਹ ਮੰਨੀ ਜਾਊਗੀ, ਨਾ ਕਿ ਪਰਚੇਜ਼ ਪ੍ਰਾਈਸ ਆਫ ਦੀ ਮਸ਼ੀਨਰੀ ਜਦੋਂ ਖਰੀਦੀ ਹੈ ਉਹ ਵੈਲਿਊ ਨਹੀਂ ਮੰਨੀ ਜਾਊਗੀ। ਜਦੋਂ ਮਸ਼ੀਨ ਖਰਾਬ ਹੋਈ ਹੈ ਉਸ ਟਾਈਮ ਤੇ ਜਾਂ ਫਿਰ ਉਹਦੇ ਵਿੱਚ ਕੋਈ ਵੀ ਡੈਪਰੀਸੀਏਸ਼ਨ ਆਈ ਹੈ, ਠੀਕ ਹੈ, ਰਿਟਨ ਡਾਊਨ ਵੈਲਿਊ ਆਫ ਦੀ ਮਸ਼ੀਨਰੀ ਉਹ ਮੰਨੀ ਜਾਊਗੀ, ਨਾ ਹੀ ਮਾਰਕੀਟ ਪ੍ਰਾਈਸ ਰਹੂਗਾ ਨਾ ਹੀ ਪਰਚੇਜ਼ ਪ੍ਰਾਈਸ ਆਫ ਦੀ ਮਸ਼ੀਨਰੀ। ਠੀਕ ਹੈ, ਨੈਕਸਟ ਕੁਐਸਚਨ ਦੇਖਦੇ ਹਾਂ 31 ਕੀ ਕਹਿੰਦਾ ਇਨਕਮ ਚਾਰਜੇਬਲ ਅੰਡਰ ਦੀ ਹੈਡ profit and gains from business or profession
इज़ ओवर्ड। ये आई थिंक ਤੁਹਾਨੂੰ ਸਾਫ਼ ਨਹੀਂ ਦਿਖ ਰਿਹਾ ਨਾ, ਮੈਂ ਇੱਕ ਵਾਰ ਬੋਲ ਕੇ ਤੁਹਾਨੂੰ ਦੱਸ ਦੇਣਾ ਕਿ ਕੀ ਲਿਖਿਆ ਹੈ। ਇਹ ਲਿਖਿਆ ਕਿ ਇਨਕਮ ਚਾਰਜੇਬਲ, ਜਿਹੜੀ ਵੀ ਇਨਕਮ ਚਾਰਜੇਬਲ ਹੋਊਗੀ, ਚਾਰਜੇਬਲ ਯਾਨੀ ਕਿ ਉਹਦੇ ਉੱਤੇ ਜਿਹੜੇ ਪੈਸੇ ਦੇਣੇ ਹੋਣਗੇ ਅੰਡਰ ਦੀ ਹੈਡ ਆਫ ਪ੍ਰੋਫਿਟ ਐਂਡ ਗੇਨ ਫਰੋਮ ਬਿਜ਼ਨਸ ਆਫ ਦੀ ਪ੍ਰੋਫੈਸ਼ਨ। ਇਹ ਕਿਹੜੇ ਸੈਕਸ਼ਨ ਦੇ ਵਿੱਚ ਐਵੇਂ ਕਿਹਾ ਗਿਆ? ਇਹ ਕਿਹਾ ਗਿਆ ਸੈਕਸ਼ਨ 28 ਦੇ ਵਿੱਚ, ਠੀਕ ਹੈ, ਸੀ ਆਪਸ਼ਨ। ਦੀ ਟ੍ਰਾਂਸਫਰ ਆਫ ਓਲਡ ਮੂਵੇਬਲ ਐਸੈਟ ਵਿਲ ਬੀ ਟੈਕਸ ਫਰੀ ਇਫ ਇਟ ਇਜ਼ ਯੂਜ਼ਡ ਫॉर। ओल्ड ਤੇ ਮੂਵੇਬਲ ਐਸੈਟ ਕਿਹੜੇ ਹੁੰਦੇ ਨੇ? ਜਿਵੇਂ ਤੁਹਾਡੀ ਗੱਡੀਆਂ ਨੇ, ਇਹ ਮੂਵੇਬਲ ਐਸੈਟ ਨੇ, ਠੀਕ ਹੈ। ਇਹ ਟੈਕਸ ਫਰੀ ਹੋਣਗੇ ਕਦੋਂ? ਮਤਲਬ ਕਿੰਨੇ ਸਾਲ ਚਲਾ ਲਏ ਤੁਸੀਂ, ਕਦੋਂ ਟੈਕਸ ਫਰੀ ਹੋਣਗੇ? ਇਹ ਹੋਊਗਾ 10 ਸਾਲ ਤੋਂ ਬਾਅਦ ਜਿਹੜਾ ਹੈਗਾ ओल्ड, ठीक है। ਇੱਥੇ ਕੀ ਲਿਖਿਆ? ओल्ड ਮੂਵੇਬਲ ਐਸੈਟ। ਐਸੈਟ ਕੀ ਹੁੰਦਾ? ਕੋਈ ਵੀ ਆਪਣੇ ਕੋਲ, ਜਿਵੇਂ ਆਪਣੇ ਕੋਲ ਗੱਡੀ ਹੈ, ਠੀਕ ਹੈ, ਇਹ ਆਪਣਾ ਇੱਕ ਐਸੈਟ ਹੈ, ਇਹ ਟੈਕਸ ਫਰੀ ਹੋ ਜਾਊਗਾ 10 ਸਾਲ ਤੋਂ ਬਾਅਦ, ਠੀਕ ਹੈ। ਯਾਨੀ ਕਿ ਆਪਸ਼ਨ ਇਹਦਾ ਕਰੈਕਟ ਆਂਸਰ ਆਪਸ਼ਨ ਕੀ ਹੈ? ਸੀ ਆਪਸ਼ਨ। 37ਵਾਂ ਕੁਐਸਚਨ, ਡੈਸ਼ ਆਰ ਨੋਟ ਟ੍ਰੀਟਡ ਐਜ਼ ਐਗਰੀਕਲਚਰ ਇਨਕਮ। ਇਹਦੇ ਵਿੱਚੋਂ ਕਿਹੜੀ ਇਨਕਮ ਨੂੰ ਜਿਹੜੀ ਹੈਗੀ ਐਗਰੀਕਲਚਰ ਇਨਕਮ ਨਹੀਂ ਮੰਨਿਆ ਜਾਂਦਾ? ਤਾਂ ਜਿਹੜੀਆਂ ਉੱਪਰ ਵਾਲੀਆਂ ਸਾਰੀਆਂ ਨੇ, ਜਿਹੜੀਆਂ ਇਨਕਮ ਫਰੋਮ ਪੋਲਟਰੀ ਫਾਰਮਿੰਗ, ਇਹ ਵੀ ਜਿਹੜੀ ਐਗਰੀਕਲਚਰ ਦੇ ਵਿੱਚ ਨਹੀਂ ਆਉਂਦੀ ਹੈ। ਇਨਕਮ ਫਰੋਮ ਬੀ ਹਾਈਵਿੰਗ, ਇਹ ਵੀ ਨਹੀਂ ਆਉਂਦੀ। ਤੇ ਪਰਚੇਜ਼ ਆਫ ਸਟੈਂਡਿੰਗ ਕ੍ਰੌਪ ਜਿਹੜੀ ਹੈਗੀ ਇਹ ਵੀ ਨਹੀਂ ਆਉਂਦੀ। ਯਾਨੀ ਕਿ ਆਲ ਆਫ ਦੀ ਅਬਵ, ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਆਰ ਨੋਟ ਟ੍ਰੀਟਡ ਐਗਰੀਕਲਚਰ ਇਨਕਮ। ਇਹ ਐਗਰੀਕਲਚਰ ਇਨਕਮ ਦੇ ਵਿੱਚ ਨਹੀਂ। ਐਗਰੀਕਲਚਰ ਇਨਕਮ ਸਿਰਫ ਕੌਣ ਹੈ? ਰਾਈਸ ਹੋ ਗਈ, ਵੀਟ ਹੋ ਗਈ, ਠੀਕ ਹੈ, ਜਾਂ ਫਿਰ ਕੋਈ ਹੋਰ ਤੁਹਾਨੇ ਉਹ ਰੱਖਿਆ ਬਾਜਰਾ ਹੋ ਗਿਆ, ਠੀਕ ਹੈ। ਇਹ ਸਾਰੀਆਂ ਜਿਹੜੀ ਇਹ ਨੇ ਐਗਰੀਕਲਚਰ ਇਨਕਮ, ਠੀਕ ਹੈ। ਪੋਲਟਰੀ ਹੋ ਗਿਆ, ਬੀ ਹੈਵਿੰਗ ਸਟੈਂਡਿੰਗ ਕ੍ਰੌਪ, ਇਹ ਨਹੀਂ ਹੈ। ਨੈਕਸਟ ਕੁਐਸਚਨ ਹੈ 34ਵਾਂ, ਸੈਕਸ਼ਨ 45 ਆਫ ਇਨਕਮ ਟੈਕਸ ਐਕਟ ਰਿਲੇਟਡ ਟੂ। ਸੈਕਸ਼ਨ 45 ਜਿਹੜਾ ਇਨਕਮ ਟੈਕਸ ਐਕਟ ਦਾ, ਉਹ ਕੀ ਕਹਿੰਦਾ? ਉਹ ਕਹਿੰਦਾ ਕੈਪੀਟਲ ਗੇਨ ਦੀ ਗੱਲ ਕਰਦਾ ਹੈ, ਠੀਕ ਹੈ। ਅਲੱਗ-ਅਲੱਗ ਸੈਕਸ਼ਨ ਦੇ ਵਿੱਚ ਅਲੱਗ-ਅਲੱਗ ਗੱਲਾਂ ਦੱਸੀਆਂ ਹਨ, ਜਿਵੇਂ ਕੈਪੀਟਲ ਐਸੈਟਸ ਹੋ ਗਿਆ, ਐਸੈਟਸ ਹੋ ਗਏ, ਕੈਪੀਟਲ ਐਕਸਪੈਂਸਿਸ ਹੋ ਗਏ, ਕੈਪੀਟਲ ਗੇਨ ਹੋ ਗਿਆ। ਤਾਂ ਇਹ ਕੀ ਕਹਿੰਦਾ? ਇਹ ਕੈਪੀਟਲ ਗੇਨ ਦੀ ਗੱਲ ਕਰਦਾ। ਲੌਂਗ ਟਰਮ ਕੈਪੀਟਲ ਲੋਸ ਕੈਨ ਓਨਲੀ ਬੀ ਸੈਟ ਆਫ ਅਗੇਂਸਟ। ਲੌਂਗ ਟਰਮ ਜਿਹੜਾ ਕੈਪੀਟਲ ਗੇਨ ਹੈ ਉਹ ਕਿਹਦੇ ਦੁਆਰਾ ਹੋਊਗਾ? ਲੌਂਗ ਟਰਮ ਕੈਪੀਟਲ ਗੇਨ, ਠੀਕ ਹੈ। ਲੌਂਗ ਟਰਮ ਕੈਪੀਟਲ ਲੋਸ ਕੈਨ ਓਨਲੀ ਬੀ ਸੈਟ ਆਫ ਅਗੇਂਸਟ ਲੌਂਗ ਟਰਮ ਕੈਪੀਟਲ ਗੇਨ, ਯਾਨੀ ਕਿ ਸੋਰੀ ਇਹਦਾ ਆਂਸਰ ਜਿਹੜਾ ਸੀ ਹੈ ਲੌਂਗ ਟਰਮ ਕੈਪੀਟਲ ਗੇਨ, 35ਵੇਂ ਦਾ, ਠੀਕ ਹੈ ਜੀ। नेक्स्ट क्वेश्चन है, लॉस फ्रॉम स्पेकुलेशन बिजनेस कैन नॉट बी सेट ऑफ अगेंस्ट प्रॉफिट फ्रॉम एनी नॉन स्पेकुलेशन बिजनेस हाउएवर। ਹੁਣ ਆਪਾਂ ਪਹਿਲਾਂ ਗੱਲ ਕਰ ਲੈਂਦੇ ਕਿ ਸਪੈਕੂਲੇਸ਼ਨ ਬਿਜ਼ਨਸ ਜਿਹੜਾ ਹੈਗਾ ਉਹ ਕੀ ਹੁੰਦਾ ਹੈ ਤੇ ਉਹਦੇ ਵਿੱਚ ਜਿਹੜਾ ਲੋਸ ਆਉਂਦਾ ਹੈ, ਠੀਕ ਹੈ। ਪਹਿਲਾਂ ਆਪਾਂ ਸਪੈਕੂਲੇਸ਼ਨ ਬਿਜ਼ਨਸ ਦੇਖ ਲੈਂਦੇ ਕੀ ਹੁੰਦਾ। ਸਪੈਕੂਲੇਸ਼ਨ ਬਿਜ਼ਨਸ ਕੀ ਹੁੰਦਾ ਕਿ ਕੋਈ ਵੀ ਇੱਕ ਕੰਟਰੈਕਟ ਹੁੰਦਾ ਫॉर परचेज और सेल ऑफ एनी कमोडिटी। ਕੋਈ ਵੀ ਤੁਸੀਂ ਜਿਹੜੀ ਹੈਗੀ ਸੇਲ ਜਾਂ ਪਰਚੇਜ਼ ਕੀਤੀ ਯਾਨੀ ਖਰੀਦਿਆ ਵੇਚਿਆ ਕਿਸ ਚੀਜ਼ ਨੂੰ, ਕਮੋਡਿਟੀ ਹੋ ਗਏ, ਸਟਾਕਸ ਹੋ ਗਏ, ਸ਼ੇਅਰਸ ਹੋ ਗਏ, ਠੀਕ ਹੈ ਨਾ। ਉਹਦੇ ਵਿੱਚ ਜਿਹੜਾ ਕੰਟਰੈਕਟ ਹੁੰਦਾ ਉਹਨੂੰ ਕਹਿੰਦੇ ਨੇ ਸਪੈਕੂਲੇਸ਼ਨ ਬਿਜ਼ਨਸ। ਤੇ ਉਹਦੇ ਵਿੱਚ ਜਦੋਂ ਲੋਸ ਆਵੇ ਉਹ ਤੋਂ ਜਾਂ ਫਿਰ ਲੋਸ ਆਵੇ, ਲੋਸ ਫਰੋਮ ਸਪੈਕੂਲੇਸ਼ਨ ਬਿਜ਼ਨਸ ਕੈਨ ਨੋਟ ਬੀ ਸੈਟ ਆਫ अगेंस्ट प्रॉफिट फ्रॉम एनी नॉन स्पैकुलेशन बिजनेस, ठीक है। हाउएवर ਤਾਂ ਇਹਦਾ ਕੀ ਮਤਲਬ ਹੋਇਆ? 36ਵੇਂ ਦਾ ਕੀ ਕਹਿੰਦੇ ਨੇ? ਇਹ ਹੈ ਆਪਸ਼ਨ ਫਸਟ, ਯਾਨੀ ਕਿ ਲੋਸ ਫਰੋਮ ਸਪੈਕੂਲੇਸ਼ਨ ਬਿਜ਼ਨਸ ਕੈਨ ਨੋਟ ਬੀ ਸੈਟ ਆਫ ਅਗੇਂਸਟ ਸਪੈਕੂਲੇਸ਼ਨ ਇਨਕਮ। ਜਿਹੜਾ ਲੋਸ ਹੋਊਗਾ ਆਪਾਂ ਨੂੰ ਸਪੈਕੂਲੇਟਿਵ ਬਿਜ਼ਨਸ ਤੋਂ, ਸਪੈਕੂਲੇਟਿਵ ਬਿਜ਼ਨਸ ਹੁਣੇ ਮੈਂ ਦੱਸ ਕੇ ਹਟਿਆ ਕਿ ਇੱਕ ਐਗਰੀਮੈਂਟ ਹੁੰਦਾ ਇੱਕ ਟਾਈਪ ਦਾ, ਸੇਲ ਜਾਂ ਫਿਰ ਪਰਚੇਜ਼ ਕਰਨਾ ਕੋਈ ਵੀ ਕਮੋਡਿਟੀ ਹੋ ਗਈ, ਸ਼ੇਅਰਸ ਹੋ ਗਏ, ਬੌਂਡਸ ਹੋ ਗਏ, ਸਟਾਕਸ ਹੋ ਗਏ, ਪੀਰੀਅਡਿਕਲੀ, ਠੀਕ ਹੈ ਜੀ। ਤਾਂ ਆਈ ਥਿੰਕ ਤੁਹਾਨੂੰ ਪਤਾ ਲੱਗ ਗਿਆ ਹੋਣਾ। नेक्स्ट क्वेश्चन है 37वां, इन इनकम टैक्स एक्ट 1961 डिडक्शन अंडर सैक्शन 80C to 80U कैन नॉट एक्सीड। ਇਹ ਕੁਝ ਇਨਕਮ ਟੈਕਸ ਜਿਹੜੇ ਹੈਗੇ ਨੇ ਐਕਟ ਨੇ ਜਿਹਦੇ ਵਿੱਚ ਅੱਗੇ ਸੈਕਸ਼ਨ ਨੇ 80C ਤੋਂ ਲੈ ਕੇ 80U ਇਹਦੇ ਵਿੱਚ ਕੀ ਦੱਸਿਆ ਹੋਇਆ 37ਵੇਂ ਦਾ। ਤਾਂ ਇਹਦਾ ਕਰੈਕਟ ਆਨਸਰ ਕੀ ਹੈ? ਗ੍ਰੋਸ ਟੋਟਲ ਇਨਕਮ ਜਿਹੜੀ ਹੈਗੀ ਹੈ ਉਹ ਦੱਸੀ ਹੋਈ ਹੈ ਕਿ ਇਹਦੇ ਵਿੱਚ ਜਿਹੜੀ ਹੈਗੀ ਹੈ ਇਹ ਜਦੋਂ 80C ਤੇ 80U ਹੁੰਦੇ ਨੇ ਗ੍ਰੋਸ ਟੋਟਲ ਇਨਕਮ ਤੋਂ ਐਕਸੀਡ ਜਿਹੜੀ ਹੈਗੀ ਹੈ ਉਹ ਨਹੀਂ ਕਰਨੀ ਚਾਹੀਦੀ, ਠੀਕ ਹੈ, ਜਿਹੜੀ ਟੈਕਸ ਡਿਡਕਸ਼ਨ ਹੋਊਗੀ। 38 क्वेश्चन है, ग्रोस इंटरेस्ट इज इक्वल टू नेट मल्टीप्लाई बाई 100 अपॉन डिवाइड बाई 100 माइनस रेट ऑफ। यानी कि ग्रोस इंटरेस्ट का तुसी साफ ग्रोस इंटरेस्ट का जिहड़ा फार्मूला पूछा गया की हुंदा तां ओहदे विच आपां की लावांगे 38 दा की है TDS, यानी कि बी ऑप्शन। इत्थे रेट ऑफ TDS जिन्ना रेट ऑफ TDS होगा माइनस कर दांगे किहदे विचों नेट जिहड़ा प्रॉफिट होगा मल्टीप्लाई बाई 100 अपॉन 100 करके TDS का जो रेट माइनस कर देंगे तो अपने को ग्रोस इंटरेस्ट पता लग जाएगा आपको। नेक्स्ट क्वेश्चन है, पेमेंट ऑफ LIC प्रीमियम कैन बी क्लेम्ड एज डिडक्शन अज, ठीक है। तो यदा जो करैक्ट आंसर है वो की है 39 का ऑप्शन ए 80C, ठीक है। एक जिमें ये दसिया सी ना 80C तो 80U सारे ये की ने सैक्शन ने। तो पेमेंट ऑफ LIC प्रीमियम किहड़े दे विच आंदी है, मतलब क्लेम कर सकते हैं किहड़े सैक्शन दे विच 80C सैक्शन दे विच। 40 है, क्लबिंग ऑफ इनकम मीनस। क्लबिंग ऑफ इनकम का मतलब की होंदा है? तो इसका मतलब की होंदा है इनक्लूजन ऑफ इनकम ऑफ अदर परसन इन एसेट इनकम। क्लबिंग ऑफ इनकम का की मतलब होंदा कि तुसी अपनी तो जिहड़ी इनकम हैगी है
कोई दूसरे बंदे दी ਜਿਹੜੇ ਇਨਕਮ ਹੈ ਜਾਂ ਫਿਰ ਐਸੈਟ ਨੇ ਉਹਨੂੰ ਵੀ ਤੁਸੀਂ ਆਪਣੇ ਕੀ ਕਰ ਸਕਦੇ ਹੋ, ਉਹਨੂੰ ਵੀ ਮਤਲਬ ਐਡ ਕਰ ਸਕਦੇ ਹੋ। ਮੀਨਸ ਕੀ ਹੈ ਐਡਿੰਗ ਔਰ ਇਨਕਲੂਡਿੰਗ ਦੀ ਇਨਕਮ ਆਫ ਅਨਦਰ ਪਰਸਨ ਟੂ ਵਨਸ ਓਨ ਇਨਕਮ। ਆਪਣੀ ਇਨਕਮ ਦੇ ਵਿੱਚ ਦੂਸਰੇ ਦੀ ਇਨਕਮ ਜਦੋਂ ਆਪਾਂ ਐਡ ਕਰ ਦਿੰਦੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਕਲੱਬਿੰਗ ਆਫ। ਕਲੱਬਿੰਗ ਤੋਂ ਵੀ ਪਤਾ ਲੱਗ ਰਿਹਾ ਕੀ ਕਰਨਾ, ਐਡ ਕਰਨਾ। ਤਾਂ ਉਹੀ ਕਿਹਾ ਹੋਇਆ ਇਨਕਲੂਜਨ ਯਾਨੀ ਕਿ ਐਡੀਸ਼ਨ ਆਫ ਇਨਕਮ ਆਫ ਅਦਰ ਪਰਸਨ ਇਨ ਐਸੈਟ ਇਨਕਮ। ठीक है, अपनी इनकम ਦੇ ਵਿੱਚ ਦੂਸਰੇ ਬੰਦੇ ਦੀ ਜਿਹੜੀ ਇਨਕਮ ਹੈ ਜਦੋਂ ਆਪਾਂ ਐਡ ਕਰ ਲੈਂਦੇ ਹਾਂ। ਨੈਕਸਟ ਕੁਐਸਚਨ ਹੈ ਮਾਈਨਰਸ ਇਨਕਮ ਇਜ਼ ਕਲੱਬਡ ਟੂ। ਮਾਈਨਰਸ ਜਿਹੜੀ ਮਾਈਨਰਸ ਯਾਨੀ ਕਿ ਜਿਵੇਂ ਹੁਣ ਆਪਾਂ ਬੱਚੇ ਆ, ਠੀਕ ਹੈ, ਯਾਨੀ ਕਿ ਆਪਣੇ ਜਿਹੜੇ ਬੱਚੇ ਨੇ ਲਾ ਲਓ ਤਾਂ ਉਹ ਮਾਈਨਰ ਨੇ, ਉਹਨਾਂ ਦੀ ਜਿਹੜੀ ਇਨਕਮ ਹੈ ਉਹ ਕਿੱਥੇ ਕਲੱਬ ਹੋਊਗੀ, ਤਾਂ ਉਹ ਹੋਊਗੀ ਫਾਦਰ ਦੀ ਇਨਕਮ ਦੇ ਵਿੱਚ ਜਾਂ ਫਿਰ ਮਦਰ ਦੀ ਇਨਕਮ ਵਿੱਚ ਵਿਚ ਐਵਰ ਇਜ਼ ਗ੍ਰੇਟਰ। ਜੋ ਵੀ ਵੱਡਾ ਹੋਊਗਾ ਦੋਨਾਂ ਦੇ ਵਿੱਚੋਂ ਉਹਨਾਂ ਦੀ ਜਿਹੜੀ ਯਾਨੀ ਕਿ ਬੱਚਿਆਂ ਦੀ ਇਨਕਮ ਜਿਹੜੀ ਹੈਗੀ ਫਾਦਰ ਦੇ ਵਿੱਚ ਜਿਹੜੀ ਹੈਗੀ ਹੈ ਮਦਰ ਦੀ ਇਨਕਮ ਦੇ ਵਿੱਚ ਕਲੱਬ ਜਿਹੜੀ ਹੈਗੀ ਹੈ ਕੋਲੈਬ ਹੋ ਜੂਗੀ। ਠੀਕ ਹੈ। 42 ਕੀ ਕਹਿੰਦਾ as per section 207 dash not having any income from business or profession is not liable to pay advance tax। ਕੀ ਦੇ ਮਤਲਬ ਸੈਕਸ਼ਨ 207 ਦੇ ਵਿੱਚ ਕੀ ਦੇ ਰੱਖਿਆ ਹੁੰਦਾ, ਇਹਦੇ ਵਿੱਚ ਉਹ ਦੱਸਣਾ ਕਿ ਕੀ ਚੀਜ਼ ਹੈ 42 ਦਾ, ਤੇ ਇਹਦਾ ਆਨਸਰ ਕੀ ਹੈ, ਇਹ ਰੈਜ਼ੀਡੈਂਟਲ ਸੀਨੀਅਰ ਸਿਟੀਜ਼ਨ ਯਾਨੀ ਕਿ ਐਜ਼ ਪਰ ਸੈਕਸ਼ਨ 207 ਇਹ ਰੈਜ਼ੀਡੈਂਟ ਸੀਨੀਅਰ ਸਿਟੀਜ਼ਨ ਕੋਈ ਵੀ ਜਿਹੜਾ ਹੈਗਾ 65 ਸਾਲ ਤੋਂ ਜ਼ਿਆਦਾ ਜੋ ਉਮਰ ਦਾ ਨੋਟ ਹੈਵਿੰਗ ਐਨੀ ਇਨਕਮ, ਉਹਦੇ ਕੋਲ ਕੋਈ ਇਨਕਮ ਦਾ ਸੋਰਸ ਨਹੀਂ ਹੈ, ਕੋਈ ਬਿਜ਼ਨਸ ਦਾ ਸੋਰਸ ਨਹੀਂ ਹੈ, ਨੋਟ ਲਾਇਬਲ ਟੂ ਪੇ ਐਡਵਾਂਸ ਟੈਕਸ, ਉਹਨੂੰ ਐਡਵਾਂਸ ਟੈਕਸ ਦੇਣ ਦੀ ਲੋੜ ਨਹੀਂ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ 43 ਜਨਰਲੀ ਲੌਂਗ ਟਰਮ ਕੈਪੀਟਲ ਗੇਨ ਇਜ਼ ਚਾਰਜਡ ਟੂ ਟੈਕਸ ਐਟ ਕਿੰਨੇ % ਹੈ ਪਲੱਸ ਸਰਚਾਰਜ ਤੇ ਸੈਸ ਨੂੰ ਮਿਲਾ ਕੇ। ਠੀਕ ਹੈ, ਲੌਂਗ ਟਰਮ ਕੈਪੀਟਲ ਗੇਨ ਦੇ ਵਿੱਚ ਜਿਹੜਾ ਹੈਗਾ ਟੈਕਸ ਲੱਗਦਾ ਉਹ ਕਿੰਨਾ ਹੈ, ਸਰਚਾਰਜ ਵੀ ਮਿਲਾ ਕੇ ਸੈਸ ਤੇ ਸਰਚਾਰਜ ਵੀ ਮੈਂ ਤੁਹਾਨੂੰ ਦੱਸਿਆ ਹੈ ਪ੍ਰੀਵੀਅਸ ਵੀਡੀਓ ਵਿੱਚ ਕੀ ਹੁੰਦਾ। ਠੀਕ ਹੈ, ਇਹ ਆਪਾਂ ਪੜ੍ਹ ਚੁੱਕੇ ਹਾਂ। ਸਰਚਾਰਜ ਤੇ ਸੈਸ ਕੀ ਹੁੰਦਾ, ਸੈਸ ਜਿਹੜਾ ਹੈਗਾ ਕੌਣ ਆਪਣੇ ਤੋਂ ਲੈਂਦਾ, ਗਵਰਨਮੈਂਟ ਲੈਂਦੀ, ਕੰਸੋਲੀਡੇਟਡ ਫੰਡ ਆਫ ਇੰਡੀਆ ਉਹਦੇ ਵਿੱਚ ਜਮ੍ਹਾਂ ਹੁੰਦਾ ਹੈ ਸੈਸ ਦਾ। ਤੇ ਸੈਸ ਨੂੰ ਜਿਹੜੇ ਕੰਮ ਤੋਂ ਮਤਲਬ ਜਿਵੇਂ ਐਜੂਕੇਸ਼ਨ ਲੋਨ ਵਾਸਤੇ ਲਿਆ, ਐਜੂਕੇਸ਼ਨ ਦੇ ਪਰਪਸ ਤੋਂ ਲਿਆ ਤਾਂ ਐਜੂਕੇਸ਼ਨ ਤੇ ਹੀ ਖਰਚ ਹੋਊਗਾ। ਠੀਕ ਹੈ, ਸਰਚਾਰਜ ਨੂੰ ਜਿੱਥੇ ਮਰਜ਼ੀ ਖਰਚ ਕਰ ਸਕਦੀ ਹੈ ਗਵਰਨਮੈਂਟ ਆਫ ਇੰਡੀਆ। ਤਾਂ ਇਹ ਡਿਫਰੈਂਸ ਸੀਗੇ ਕੁਛ, ਇਹ ਆਪਾਂ ਕਰ ਚੁੱਕੇ ਹਾਂ। ਤਾਂ ਇਹ ਕਿੰਨੇ % ਜਿਹੜਾ ਟੈਕਸ ਹੈ ਉਹ ਹੁੰਦਾ 43 ਦਾ, ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਹੈ 20%। ਠੀਕ ਹੈ। ਨੈਕਸਟ ਕੁਐਸਚਨ ਹੈ 44 ਮਿਸਟਰ ਸ਼ਰਮਾ ਕੰਟਰੀਬਿਊਟਡ ਟੂ ਅ ਪੋਲੀਟੀਕਲ ਪਾਰਟੀ ਹੀ ਕੈਨ ਅਵੇਲੇਬਲ ਡਿਡਕਸ਼ਨ ਅੰਦਰ। ਮਿਸਟਰ ਸ਼ਰਮਾ ਨੇ ਕੰਟਰੀਬਿਊਟ ਕੀਤਾ, ਠੀਕ ਹੈ, ਕੁਛ ਅਮਾਊਂਟ ਹੈ ਟੂ ਪੋਲੀਟੀਕਲ ਪਾਰਟੀ ਨੂੰ, ਹੀ ਕੈਨ ਅਵੇਲੇਬਲ ਡਿਡਕਸ਼ਨ ਅੰਦਰ। ਉਹ ਕਿਹੜੇ ਆਰਟੀਕਲ ਦੇ ਵਿੱਚ ਉਹਨੂੰ ਡਿਡਕਸ਼ਨ ਜਿਹੜੀ ਹੈਗੀ ਹੈ ਸ਼ੋਅ ਕਰਨੀ ਪਊਗੀ। 44 ਦਾ ਜਿਹੜਾ ਕਰੈਕਟ ਆਨਸਰ ਹੈ ਉਹ ਕੀ ਹੈ, ਸੈਕਸ਼ਨ 80 GGB। ਇਹ ਕੁਝ ਸੈਕਸ਼ਨ ਨੇ, ਠੀਕ ਹੈ, ਸਾਰੇ ਤਾਂ ਯਾਦ ਹੋਣੇ ਵੀ ਨਹੀਂ, ਮੇਨ ਜਿਹੜੇ ਹੈਗੇ ਨੇ ਇੰਪੋਰਟੈਂਟ ਨੇ, ਤੁਸੀਂ ਉਹੀ ਦੇਖ ਲਿਓ ਬਸ। ਠੀਕ ਹੈ। 45 ਦਾ ਕੁਐਸਚਨ ਕਹਿੰਦਾ ਰੇਟ ਆਫ ਐਜੂਕੇਸ਼ਨ ਸੈਸ ਇਜ਼ ਔਨ ਟੋਟਲ ਇਨਕਮ। ਜਿਹੜਾ ਰੇਟ ਹੈ ਜਿਹੜਾ ਮਤਲਬ ਐਜੂਕੇਸ਼ਨ ਸੈਸ ਹੈ, ਮੈਂ ਤੁਹਾਨੂੰ ਦੱਸਿਆ ਸੀ ਨਾ ਸੈਸ ਕੀ ਲੱਗਦਾ, ਗਵਰਨਮੈਂਟ ਜਿਹੜਾ ਹੈਗਾ ਸੈਸ ਲਾਉਂਦੀ ਹੈ ਅਲੱਗ-ਅਲੱਗ ਪਰਪਸ ਦੇ ਅਕੋਰਡਿੰਗ, ਜਿਵੇਂ ਐਜੂਕੇਸ਼ਨ ਸੈਸ ਹੋ ਗਿਆ। ਠੀਕ ਹੈ, ਉਹ ਕਿੰਨੇ % ਹੁੰਦਾ ਟੋਟਲ ਇਨਕਮ ਦਾ, 3%। ਠੀਕ ਹੈ, 3% ਆਫ ਦੀ ਟੋਟਲ ਇਨਕਮ ਐਜੂਕੇਸ਼ਨ ਸੈਸ ਦਾ ਰੇਟ। ਸੈਕਸ਼ਨ 70 79 ਡੀਲ ਵਿਦ। ਸੈਕਸ਼ਨ ਜਿਹੜਾ 70 ਤੇ 79 ਹੈ ਉਹ ਕਿਹਦੇ ਮਤਲਬ ਕਿਸ ਚੀਜ਼ ਨਾਲ ਡੀਲ ਕਰਦਾ, ਸੈਟ ਆਫ ਐਂਡ ਕੈਰੀ ਫਾਰਵਰਡ। ਠੀਕ ਹੈ, ਉਹਦੇ ਨਾਲ ਡੀਲ ਕਰਦਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਸੈਟ ਆਫ ਇਨਕਮ ਬੇਸਿਕਲੀ ਹੁੰਦਾ ਕੀ ਹੈ। ਸੈਟ ਆਫ ਜਾਂ ਫਿਰ ਕੈਰੀ ਫਾਰਵਰਡ ਜਿਹੜੀ ਹੈਗੀ, ਸੈਟ ਆਫ ਕੀ ਹੁੰਦਾ ਕਿ ਐਡਜਸਟ ਕਰਨਾ। ਠੀਕ ਹੈ, ਆਪਣਾ ਕੁਝ ਲੋਸ ਹੋਇਆ ਆਪਣਾ ਬਿਜ਼ਨਸ ਵਿੱਚ, ਠੀਕ ਹੈ, ਕੁਛ ਆਪਾਂ ਨੂੰ ਲੋਸ ਹੋ ਗਿਆ, ਅਗਲੇ ਸਾਲ ਆਪਣਾ ਪ੍ਰੋਫਿਟ ਹੋ ਗਿਆ, ਜਾਂ ਫਿਰ 6 ਮਹੀਨੇ ਬਾਅਦ ਜਾਂ ਫਿਰ ਅਗਲੇ ਮਹੀਨੇ ਹੀ ਪ੍ਰੋਫਿਟ ਹੋ ਗਿਆ, ਤਾਂ ਜਿਹੜਾ ਆਪਣਾ ਲੋਸ ਹੈ ਉਹਨੂੰ ਐਡਜਸਟ ਕਰਨਾ ਨੂੰ ਕੀ ਕਹਿੰਦੇ ਨੇ, ਸੈਟ ਆਫ ਤੇ ਕੈਰੀ ਫਾਰਵਰਡ। ਸੈਟ ਆਫ ਹੋ ਗਿਆ। ਕੈਰੀ ਫਾਰਵਰਡ ਦਾ ਕੀ ਮਤਲਬ ਹੈ, ਸਪੋਜ਼ ਕਰੋ ਇਸ ਮਹੀਨੇ ਲੋਸ ਹੋ ਗਿਆ, ਅਗਲੇ ਮਹੀਨੇ ਵੀ ਲੋਸ ਹੋ ਗਿਆ ਆਪਾਂ ਨੂੰ, ਤਾਂ ਉਹ ਆਪਾਂ ਲੋਸ ਨੂੰ ਅੱਗੇ ਜਿਹੜੀ ਹੈਗੀ ਕੈਰੀ ਫਾਰਵਰਡ ਕਰਾਂਗੇ ਨੈਕਸਟ ਮੰਥ ਵਾਸਤੇ। ਜੇਕਰ ਉਸ 'ਚ ਆਪਾਂ ਨੂੰ ਪ੍ਰੋਫਿਟ ਹੁੰਦਾ ਤਾਂ ਉਹਦੇ ਵਿੱਚ ਕੁਛ ਡਿਡਕਸ਼ਨ ਹੋ ਜੂਗੀ। ਠੀਕ ਹੈ, ਤੇ ਜੇਕਰ ਮਤਲਬ ਪੂਰਾ ਪ੍ਰੋਫਿਟ ਤੇ ਲੋਸ ਬਰਾਬਰ ਹੋ ਜਾਂਦਾ ਤਾਂ ਉਹ ਆਪਾਂ ਅੱਗੇ ਕੈਰੀ ਫਾਰਵਰਡ ਨਹੀਂ ਕਰਾਂਗੇ। ਬੇਸਿਕਲੀ ਕੈਰੀ ਫਾਰਵਰਡ ਕੀ ਹੁੰਦਾ, ਕੋਈ ਵੀ ਲੋਸ ਹੋਵੇ ਜਾਂ ਪ੍ਰੋਫਿਟ ਹੋਵੇ ਉਹਨੂੰ ਆਪਾਂ ਅੱਗੇ ਮਹੀਨੇ ਜਾਂ ਫਿਰ ਅਗਲੇ ਸਾਲ ਲੈ ਕੇ ਜਾਣਾ, ਉਹਨੂੰ ਕਹਿੰਦੇ ਨੇ ਕੈਰੀ ਫਾਰਵਰਡ। ਸੈਟ ਆਫ ਕੀ ਹੁੰਦਾ, ਬੈਲੈਂਸ ਕਰਨਾ। ਠੀਕ ਹੈ। ਨੈਕਸਟ ਕੁਐਸਚਨ ਕੀ ਹੈ 47 ਇਨਕਮ ਫਰੋਮ ਹਾਰਸ ਰੇਸ ਫਾਲ ਅੰਡਰ ਦੀ ਹੈਡ ਆਫ। ਜਿਹੜੀ ਆਪਾਂ ਨੂੰ ਪੈਸੇ ਮਿਲਦੇ ਨੇ ਕਿਸ ਚੀਜ਼ ਤੋਂ, ਘੋੜਿਆਂ ਦੀ ਰੇਸ ਹੁੰਦੀ ਹੈ। ਠੀਕ ਹੈ ਨਾ, ਤੁਸੀਂ ਦੇਖਿਆ ਹੋਣਾ ਜੂਆ ਹੁੰਦਾ ਇੱਕ ਤਰ੍ਹਾਂ ਦਾ ਘੋੜਿਆਂ ਦੀ ਰੇਸ, ਤੇ ਜਿਹੜੀ ਇਸ ਤੋਂ ਇਨਕਮ ਹੁੰਦੀ ਹੈ ਇਹ ਕਿਸ ਦੇ ਅੰਦਰ ਆਉਂਦੀ ਹੈ 47 ਦਾ, ਤਾਂ ਉਹ ਕੀ ਹੈ ਅਦਰ ਸੋਰਸਿਸ ਦੇ। ਨਾ ਤਾਂ ਦੇਖੋ ਆਪਣੀ ਸੈਲਰੀ ਤਾਂ ਹੈ ਨਹੀਂ, ਠੀਕ ਹੈ, ਨਾ ਹੀ ਆਪਣਾ ਪ੍ਰੋਫੈਸ਼ਨ ਹੈ ਤੇ ਨਾ ਹੀ ਇਹ ਬਿਜ਼ਨਸ ਹੈ, ਇਹ ਅਦਰ ਸੋਰਸਿਸ ਦੇ ਵਿੱਚ ਜਿਹੜਾ ਹੈਗਾ ਉਹ ਆ ਜਾਂਦੀ ਹੈ। ਨੈਕਸਟ ਕੁਐਸਚਨ ਹੈ 48 ਕੀ ਹੈ ਰਿਡਕਸ਼ਨ ਕੈਨ ਬੀ ਕਲੇਮਡ ਫॉर ਅਮਾਊਂਟ ਡਿਪੋਜ਼ਿਟ ਅੰਡਰ ਸੁਗੰਨਿਆ ਸਮਰਿੱਧੀ ਅਕਾਊਂਟ ਅੰਡਰ। ਹੁਣ ਜਿਹੜੇ ਵੀ ਡਿਡਕਸ਼ਨ ਹੁੰਦੀ ਹੈ ਕਲੇਮ ਕੀਤੀ ਜਾਂਦੀ ਹੈ, ਜਿਹੜੀ ਅਮਾਊਂਟ ਡਿਪੋਜ਼ਿਟ ਕੀਤੀ ਗਈ ਹੈ ਕਿਹੜੇ ਉਸ ਦੇ ਵਿੱਚ, ਸੁਗੰਨਿਆ ਸਮਰਿੱਧੀ ਅਕਾਊਂਟ ਦੇ ਵਿੱਚ। ਸੁਗੰਨਿਆ ਸਮਰਿੱਧੀ ਜਿਹੜਾ ਅਕਾਊਂਟ ਹੈ ਬੱਚਿਆਂ ਵਾਸਤੇ ਜਿਹੜਾ ਹੈਗਾ ਖੋਲ੍ਹਿਆ, ਮਤਲਬ ਜਿਹੜੀ ਸਰਕਾਰ ਹੈ ਗਵਰਨਮੈਂਟ ਆਫ ਇੰਡੀਆ ਇਹ ਖੋਲ੍ਹਦੀ ਹੈ, ਤੇ ਕਿਹੜੇ ਸੈਕਸ਼ਨ ਦੇ ਵਿੱਚ ਦਿੱਤਾ ਹੋਇਆ, ਇਹਦਾ ਆਨਸਰ ਹੈ 48 ਦਾ 80C ਦੇ ਵਿੱਚ। ਠੀਕ ਹੈ। ਨੈਕਸਟ ਕੁਐਸਚਨ ਹੈ ਡਿਡਕਸ਼ਨ ਔਨ ਇੰਟਰਸਟ ਔਨ ਲੋਨ ਟੇਕਨ ਫਰੋਮ ਸਟੱਡੀ ਫਾਲ ਅੰਡਰ।
ਜਿਹੜਾ ਇੰਟਰਸਟ ਆਪਾਂ ਲੈਂਦੇ ਹਾਂ ਡਿਡਕਸ਼ਨ ਹੁੰਦੀ ਹੈ ਇੰਟਰਸਟ ਦੇ ਵਿੱਚ ਔਨ ਲੋਨ ਟੇਕਨ ਪੜ੍ਹਾਈ ਕਰਕੇ ਜਿਹੜਾ ਲੋਨ ਲਿੱਤਾ ਜਾਂਦਾ ਉਹ ਕਿਹੜੇ ਸੈਕਸ਼ਨ ਦੇ ਵਿੱਚ ਆਉਂਦਾ ਉਹ ਆਉਂਦਾ 80E ਦੇ ਵਿੱਚ। ਠੀਕ ਹੈ, ਧਿਆਨ ਰੱਖਣਾ 80E ਹੈ, ਇਹ 80C ਹੈ। ਲਾਸਟ ਕੁਐਸਚਨ ਹੈ ਆਪਣੀ ਅੱਜ ਦੀ ਵੀਡੀਓ ਦਾ ਇਹ, ਤਾਂ ਟੈਕਸੇਸ਼ਨ ਜਿਹੜੇ ਹੈਗੇ ਨੇ ਉਹ ਆਪਣਾ ਮਤਲਬ ਇਸ ਜਿਹੜਾ ਅੱਜ ਦਾ ਪਾਰਟ ਕੰਪਲੀਟ ਹੋ ਜਾਊਗਾ। ਦਾ ਅਮਾਊਂਟ ਆਫ ਟੋਟਲ ਇਨਕਮ ਇਜ਼ ਰਾਊਂਡਡ ਆਫ ਟੂ ਦੀ ਨੀਅਰੈਸਟ ਮਲਟੀਪਲ ਆਫ, ਜਿਹੜੀ ਅਮਾਊਂਟ ਹੁੰਦੀ ਹੈ ਟੋਟਲ ਇਨਕਮ ਦੀ ਉਹਨੂੰ ਆਪਾਂ ਮਤਲਬ ਰਾਊਂਡ ਆਫ ਕਰ ਦੇਣਾ, ਜਿਵੇਂ 0.999 ਹੈ ਤਾਂ ਉਹਨੂੰ ਰਾਊਂਡ ਆਫ ਕਰ ਦੇਣਾ ਮਲਟੀਪਲ, ਯਾਨੀ ਕਿ ਕਿਹੜਾ ਮਲਟੀਪਲ ਹੋਣਾ ਚਾਹੀਦਾ ਨੀਅਰੈਸਟ, ਯਾਨੀ ਕਿ 10। ਠੀਕ ਹੈ, ਯਾਨੀ ਕਿ ਨੀਅਰੈਸਟ 10 ਜਿਹੜਾ ਮਲਟੀਪਲ ਹੁੰਦਾ ਉਹਦੇ ਵਿੱਚ ਆਪਾਂ ਉਹਨੂੰ ਕੀ ਕਰਦੇ ਹਾਂ ਰਾਊਂਡ ਆਫ ਕਰ ਦਿੰਦੇ ਹਾਂ। ਮੈਂ ਇੱਕ ਐਗਜ਼ਾਮਪਲ ਲੈ ਕੇ ਸਮਝਾਉਣਾ ਤੁਹਾਨੂੰ, ਤੇ ਇਹ ਆਂਦਾ ਸੈਕਸ਼ਨ 288 ਦੇ ਵਿੱਚ। ਠੀਕ ਹੈ, ਜਿਹੜਾ ਇਹ ਰਾਊਂਡ ਆਫ ਵਾਲਾ ਜੇ ਪੁੱਛ ਲਿਆ ਇਹ ਆਂਦਾ ਸੈਕਸ਼ਨ 288B ਦੇ ਵਿੱਚ। ਇੱਥੇ ਮੈਂ ਲਿਖ ਦਿੰਦਾ ਸੈਕਸ਼ਨ 288B ਦੇ ਵਿੱਚ ਆਂਦਾ। ਤੇ ਰਾਊਂਡ ਆਫ ਕਿਵੇਂ ਕਰਦੇ ਨੇ, ਸਪੋਜ਼ ਕਰੋ ਆਪਣੇ ਜਿਹੜੇ ਪੈਸੇ ਨੇ 100.60 ਪੈਸੇ ਬਣ ਗਏ, ਇਹਨੂੰ ਰਾਊਂਡ ਆਫ ਕਰ ਦੇਣਗੇ 101। ਠੀਕ ਹੈ, ਪੂਰਾ ਇਹਨੂੰ 101 ਕਰ ਦੇਣਗੇ। ਠੀਕ ਹੈ ਜੀ, ਯਾਨੀ ਕਿ ਨੀਅਰੈਸਟ 10 ਜਿਹੜਾ ਹੈਗਾ ਉਹਦੇ ਨਾਲ ਜਿਹੜੇ ਹੈਗੇ ਨੇ ਇਹਨੂੰ ਰਾਊਂਡ ਆਫ ਕਰ ਦਿੰਦੇ ਨੇ। ਠੀਕ ਹੈ, 101 ਦਾ ਕੀ ਬਣਾ ਦੇਣਗੇ 100.60 ਦਾ ਕੀ ਬਣਾ ਦੇਣਗੇ 101 ਬਣਾ ਦੇਣਗੇ, ਪੂਰਾ ਰੁਪਿਆ ਬਣਾ ਦੇਣਗੇ। ਠੀਕ ਹੈ ਜੀ, ਤਾਂ ਇਹ ਸੀਗੇ ਜੀ ਆਪਣੇ ਅੱਜ ਦੇ MCQ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣੇ। ਇੱਕ ਦੋ ਵਾਰ ਵੀਡੀਓ ਨੂੰ ਦੇਖ ਲਓ ਤਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਣਗੇ, ਯਾਦ ਵੀ ਹੋ ਜਾਣਗੇ। ਇੱਕ ਵਾਰ 'ਚ ਤਾਂ ਨਹੀਂ ਹੋਣੇ ਮੈਨੂੰ ਪਤਾ ਹੈ, ਕਿਉਂਕਿ ਸਾਰਿਆਂ ਵਾਸਤੇ ਟੌਪਿਕ ਨਵਾਂ ਹੈ, ਸਿਲੇਬਸ ਬਿਲਕੁਲ ਹੀ ਚੇਂਜ ਕਰਤਾ ਉਹਨਾਂ ਨੇ। ਤਾਂ ਟੈਕਸ ਆਪਾਂ ਨੇ ਕਿਸੇ ਮਤਲਬ ਕੋਈ ਇਹ ਹੋਊਗਾ ਜਿਨ੍ਹਾਂ ਨੇ ਟੈਕਸੇਸ਼ਨ ਬਾਰੇ MSME ਬਾਰੇ ਨੀਤੀ ਆਯੋਗ ਬਾਰੇ ਪੜ੍ਹਿਆ ਹੋਣਾ, ਤਾਂ ਸਾਰਿਆਂ ਵਾਸਤੇ ਟੌਪਿਕ ਨਵਾਂ ਹੈ, ਤਾਂ ਇਹਨੂੰ ਬਾਰ-ਬਾਰ ਰਿਵੀਜ਼ਨ ਕਰੋ ਤੁਸੀਂ। ਬਾਕੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਤਾਂ ਨੀਚੇ ਕਮੈਂਟ ਕਰਕੇ ਪੁੱਛ ਸਕਦਾ। ਥੈਂਕ ਯੂ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ, ਧੰਨਵਾਦ।